Good morning, students. I hope you all are fit and fine at your home. ਸਭ ਤੋਂ ਪਹਿਲਾਂ ਅੱਜ ਅਸੀਂ ਜੋ ਨਵਾਂ ਸਾਡਾ ਸਿਲੇਬਸ ਰਿਵਾਈਜ਼ ਹੋਇਆ ਹੈ ਉਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਸਿਲੇਬਸ ਸਾਡਾ ਆਲਰੇਡੀ ਘੱਟ ਸੀ ਤੇ ਉਮੀਦ ਇਹੀ ਸੀ ਕਿ ਸ਼ਾਇਦ ਕੁਝ ਇਹਦੇ ਵਿੱਚੋਂ ਨਹੀਂ ਕੱਟਿਆ ਜਾਵੇਗਾ, ਪਰ ਸਰਕਮਸਟੈਂਸਿਸ ਨੂੰ ਦੇਖਦੇ ਹੋਏ CBSE ਨੇ ਪੰਜਾਬੀ ਦੇ ਸਿਲੇਬਸ ਨੂੰ ਵੀ ਰਿਡਿਊਸ ਕੀਤਾ ਹੈ ਤੇ ਸਿਲੇਬਸ ਰਿਡਿਊਸ ਹੋਣ ਦੇ ਨਾਲ ਨਾਲ ਇਸ ਦੇ ਪੈਟਰਨ ਦੇ ਵਿੱਚ ਵੀ ਟੋਟਲੀ ਚੇਂਜ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਦੀ ਤਰ੍ਹਾਂ ਹੁਣ ਪੇਪਰ ਦਾ ਪੈਟਰਨ ਸਾਡਾ ਬਿਲਕੁਲ ਨਹੀਂ ਰਿਹਾ। ਹੁਣ ਜੋ ਹੈ ਮੈਕਸਿਮਮ ਜੋ ਹੈ MCQ ਬਹੁ ਵਿਕਲਪੀ ਬਾਰੇ ਪ੍ਰਸ਼ਨ ਉਹਨਾਂ ਨੇ ਪਾ ਦਿੱਤੇ ਹਨ। ਮਾਰਕਿੰਗ ਸਕੀਮ ਜੋ ਹੈ ਇਸ ਤਰ੍ਹਾਂ ਹੈ ਕਿ ਜੋ ਵੈਸ ਪੇਪਰ ਹੈ ਉਹ 80 ਨੰਬਰ ਦਾ ਹੀ ਰਹੇਗਾ, ਪਰ ਉਹਦੇ ਵਿੱਚੋਂ ਜੋ ਡਿਵੀਜ਼ਨ ਹੈ ਉਹ ਹੇਰ ਫੇਰ ਕਰ ਦਿੱਤੀ ਗਈ ਹੈ, ਉਹ ਬਦਲ ਦਿੱਤੀ ਗਈ ਹੈ, ਜਿਸ ਦੇ ਵਿੱਚ ਉਸਨੇ ਕਿਸ ਤਰ੍ਹਾਂ ਡਿਵਾਈਡ ਕੀਤਾ ਹੈ ਅੰਕਾਂ ਨੂੰ। ਐਡਵਾਂਸ ਪੜ੍ਹਨ ਕੌਸ਼ਲ ਭਾਵ ਜਿਹਦੇ ਵਿੱਚ ਅਸੀਂ ਅਨਸੀਨ ਪੈਸੇਜ ਕਰਦੇ ਸੀ, ਅਨਸੀਨ ਪੈਸੇਜ ਜੋ ਸਨ ਪਿਛਲੇ ਸਾਲ 1 ਕਰ ਦਿੱਤਾ ਗਿਆ ਸੀ, ਉਹ ਵੀ 5 ਨੰਬਰ ਦਾ, ਪਰ ਹੁਣ ਇਸ ਵਾਰ ਫਿਰ ਤੋਂ 10 ਨੰਬਰ ਦਾ ਅਨਸੀਨ ਪੈਸੇਜ, ਬਟ ਇਹਦੇ ਵਿੱਚ 2 ਪੈਰਾਗ੍ਰਾਫ ਹੋਣਗੇ ਜਿਹਦੇ ਵਿੱਚੋਂ ਤੁਸੀਂ ਬਹੁ ਵਿਕਲਪੀ ਆਨਸਰ ਹੀ ਲੱਭਣੇ ਹੋਣਗੇ। ਦੋਨਾਂ ਪੈਰਾਗ੍ਰਾਫ ਦੇ ਜੋ ਪ੍ਰਸ਼ਨ ਉੱਤਰ ਹਨ ਉਹ ਬਹੁ ਵਿਕਲਪੀ ਰੂਪ ਵਿੱਚ ਆਉਣਗੇ। ਇਸ ਤਰ੍ਹਾਂ 2 ਪੈਰਾਗ੍ਰਾਫ ਤੁਸੀਂ ਕਰਨੇ ਹੋਣਗੇ। ਉਸ ਤੋਂ ਬਾਅਦ ਹੈ ਪ੍ਰਭਾਵਸ਼ਾਲੀ ਲਿਖਣ ਕੌਸ਼ਲ, ਜਿਹਦੇ ਵਿੱਚ ਸਾਡੀ ਰਿਪੋਰਟ ਅਤੇ ਲੇਖ ਆਉਂਦੇ ਹਨ। ਇਹ ਦੋਨੋਂ ਪ੍ਰਸ਼ਨ ਸਾਨੂੰ 10 ਨੰਬਰ ਦੇ ਕਰ ਦਿੱਤੇ ਗਏ ਹਨ, ਭਾਵ 5-5 ਦੇ ਲਗਾ ਲਓ, 5-5 ਨੰਬਰ ਦੇ ਇਹ ਹੋ ਗਏ ਹਨ। ਅਤੇ ਇਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਵਿਸਤਾਰ, ਜਿਸ ਤਰ੍ਹਾਂ ਅਸੀਂ 10 ਨੰਬਰ ਦੇ ਵਾਸਤੇ ਜਾਂ 8 ਨੰਬਰ ਵਾਸਤੇ ਬਹੁਤ ਜ਼ਿਆਦਾ ਵਿਸਤਾਰ ਵਿੱਚ ਲਿਖਦੇ ਸਨ, ਉਸ ਤਰ੍ਹਾਂ ਜ਼ਿਆਦਾ ਵਿਸਤਾਰ ਵਿੱਚ ਲਿਖਣ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਬਾਅਦ ਪਿੰਗਲ ਦੇ ਰੂਪ ਅਤੇ ਵਿਆਕਰਨ। ਪਿੰਗਲ ਦੇ ਰੂਪ ਅਜੇ ਅਸੀਂ ਸਟਾਰਟ ਨਹੀਂ ਕੀਤਾ, ਵਿਆਕਰਨ ਦੇ ਵਿੱਚੋਂ ਅਸੀਂ ਅਖਾਣ ਕਰ ਚੁੱਕੇ ਹਾਂ ਅਤੇ ਅਸੀਂ ਅਜੇ ਸ਼ੁੱਧ ਕਰੋ ਕਰਾਂਗੇ। ਇਹ ਸਾਰੀ ਗ੍ਰਾਮਰ ਜੋ ਹੈ 20 ਨੰਬਰ ਦੀ ਕਰ ਦਿੱਤੀ ਗਈ ਹੈ, ਔਰ 20 ਦੇ ਵਿੱਚ ਵੀ ਇਹ ਮਲਟੀਪਲ ਚੋਇਸ ਦੇ ਰੂਪ ਵਿੱਚ ਹੀ ਤੁਹਾਨੂੰ ਇਹ ਪ੍ਰਸ਼ਨ ਪੁੱਛਿਆ ਜਾਵੇਗਾ। ਇਹ ਹੋ ਗਈ 40 ਨੰਬਰ ਦੀ ਜਿਹੜੀ ਸਾਡੀ ਮਲਟੀਪਲ ਚੋਇਸ ਦੇ ਵਿੱਚ ਪੇਪਰ ਆਏਗਾ, ਮਤਲਬ 50% ਜੋ ਹੈ ਬਹੁ ਵਿਕਲਪੀ ਪੇਪਰ ਆਏਗਾ। ਉਸ ਤੋਂ ਬਾਅਦ ਸਾਹਿਤ ਆ ਗਿਆ 40 ਨੰਬਰ ਦਾ, ਜਿਹਦੇ ਵਿੱਚੋਂ ਤੁਸੀਂ ਕੋਈ 20-25 ਸ਼ਬਦਾਂ ਵਾਲੇ ਪ੍ਰਸ਼ਨ ਹੋਣਗੇ, ਕੋਈ 40-50 ਸ਼ਬਦਾਂ ਵਾਲੇ, ਮੈਕਸੀਮਮ ਜੋ ਹੈ 40-50 ਵਾਲੇ ਸ਼ਬਦਾਂ ਤੱਕ ਹੀ ਪ੍ਰਸ਼ਨ ਇਹਨਾਂ ਨੇ ਪੁੱਛੇ ਹਨ, ਉਹ 40 ਨੰਬਰ ਦਾ ਹੋਏਗਾ। ਉਹਨਾਂ ਦੇ ਵਿੱਚੋਂ ਸਾਡੀਆਂ ਤਿੰਨੋਂ ਬੁੱਕਸ ਜਿਹੜੀਆਂ ਅਨਕਵਰ ਹੋਣਗੀਆਂ, ਕਾਵਿ ਰੰਗ, ਔਰ ਦੂਸਰਾ ਵਾਰਤਕ ਕ੍ਰਿਸ਼ਮਾ, ਔਰ ਤੀਸਰਾ ਨਾਟਕ ਜੋ ਹੈ ਆਪਣਾ ਰਿਸ਼ਤੇ। ਇਹ ਤਿੰਨੋਂ ਚੀਜ਼ਾਂ ਜੋ ਹਨ 40 ਨੰਬਰ ਦੇ ਵਿੱਚ ਕਵਰ ਹੋਣਗੀਆਂ। ਇਸ ਤੋਂ ਬਾਅਦ ਜੋ ਹੈ ਸਾਡਾ ਪ੍ਰੋਜੈਕਟ ਵਰਕ ਹੈ, ਉਹ 20 ਨੰਬਰ ਦਾ ਹੋਏਗਾ, ਜਿਹਦੇ ਵਿੱਚੋਂ ਪ੍ਰੋਜੈਕਟ ਅਸੀਂ ਬਣਾਵਾਂਗੇ 10 ਨੰਬਰ ਦਾ, ਅਤੇ ਜੋ ਲਿਸਨਿੰਗ ਬੋਲਣ ਸੁਣਨ ਦੇ ਆਧਾਰਿਤ ਹੈ ਉਹ 5 ਨੰਬਰ ਦਾ, ਅਤੇ ਲਿਖਤੀ ਪੇਪਰ ਜੋ ਹੋਏਗਾ ਉਹ ਵੀ ਤੁਹਾਡਾ 5 ਨੰਬਰ ਦਾ ਹੋਏਗਾ। ਟੋਟਲ ਜੋ ਹੈ 20 ਨੰਬਰ ਦਾ ਤੁਹਾਡਾ ਪ੍ਰੈਕਟੀਕਲ ਹੋਏਗਾ। ਇਸ ਤਰ੍ਹਾਂ ਇਸ ਪੂਰੇ ਸਿਲੇਬਸ ਦੇ ਵਿੱਚ ਉਹਨਾਂ ਨੇ ਸਾਰੀ ਡਿਵਾਈਡ ਜੋ ਹੈ ਚੰਗੀ ਤਰ੍ਹਾਂ ਡਿਵੀਜ਼ਨ ਕੀਤੀ ਹੋਈ ਹੈ। ਮੈਕਸੀਮਮ ਇਹ ਹੈ ਕਿ ਦੱਸਣਾ ਚਾਹਾਂਗੀ ਕਿ ਬਹੁ ਵਿਕਲਪੀ ਹਨ ਪ੍ਰਸ਼ਨ, ਅਤੇ ਚੋਣ ਦੇ ਆਧਾਰਿਤ 'ਤੇ ਹਨ। ਪਹਿਲਾਂ ਜੋ ਗ੍ਰਾਮਰ ਸੀ ਤੁਹਾਡੀ ਬਹੁ ਵਿਕਲਪੀ ਨਹੀਂ ਸੀ, ਹੁਣ ਸਾਰੀ ਟੋਟਲੀ ਜੋ ਵਿਆਕਰਨ ਹੈ 20 ਨੰਬਰ ਦੀ ਬਹੁ ਵਿਕਲਪੀ ਹੋ ਗਈ। ਅਨਸੀਨ ਪੈਸੇਜ ਵੀ ਬਹੁ ਵਿਕਲਪੀ ਹੋ ਗਿਆ, ਔਰ ਬੁੱਕਸ ਦੇ ਵਿੱਚੋਂ ਵੀ ਜੋ ਹੈ ਤੁਹਾਨੂੰ ਬਹੁ ਵਿਕਲਪੀ ਆਏਗਾ। ਜਿਸ ਤਰ੍ਹਾਂ ਹੁਣ ਇਹ ਪਾਠ ਪੁਸਤਕ ਦੇ ਆਧਾਰ 'ਤੇ ਦੱਸਿਆ, ਕਵਿਤਾ, ਨਾਟਕ, ਵਾਰਤਕ ਬਹੁ ਵਿਕਲਪੀ, ਇਹਨਾਂ ਵਿੱਚੋਂ ਮਤਲਬ ਕੁਝ ਛੋਟੇ ਪ੍ਰਸ਼ਨ ਹੋਣਗੇ ਜੋ ਬਹੁ ਵਿਕਲਪੀ ਹੋਣਗੇ।
ਇਸ ਤੋਂ ਬਾਅਦ ਜੋ ਸਾਹਿਤ ਹੈ ਉਹਦੇ ਵਿੱਚੋਂ ਕਵਿਤਾ, ਨਾਟਕ ਤੇ ਵਾਰਤਕ ਵਿੱਚੋਂ ਦੇਖੋ 20 25 ਸ਼ਬਦਾਂ ਦੇ ਜੋ ਪ੍ਰਸ਼ਨ ਹਨ ਪੁੱਛੇ ਜਾਣਗੇ। ਸਿਰਫ ਹੁਣ ਇੱਕ ਹੀ ਵੱਡਾ ਕੁਐਸਚਨ ਰਹਿ ਜਾਏਗਾ, ਪੰਜਾਬੀ ਸਾਹਿਤ ਦੇ ਰੂਪ ਕਵਿਤਾ ਤੇ ਨਾਟਕ। ਇਹ ਜੋ ਹੈ 150 ਤੋਂ 200 ਸ਼ਬਦਾਂ ਦੇ ਉੱਤੇ ਰੱਖਿਆ ਗਿਆ ਹੈ। ਇਹ ਤਾਂ ਸੀ ਸਾਡੇ ਪੇਪਰ ਦਾ ਪੈਟਰਨ, ਕਿਸ ਤਰ੍ਹਾਂ ਦੇ ਸਾਨੂੰ ਪ੍ਰਸ਼ਨ ਆਉਣਗੇ, ਕਿਸ ਤਰ੍ਹਾਂ ਜੋ ਹੈ ਸਿਲੇਬਸ ਦੀ ਉਹਨਾਂ ਨੇ ਡਿਵੀਜ਼ਨ ਕੀਤੀ ਹੈ। ਇਸ ਤੋਂ ਬਾਅਦ ਸਾਡਾ ਆਉਂਦਾ ਹੈ ਸਿਲੇਬਸ, ਜਿਹਦੇ ਵਿੱਚੋਂ ਕੁਝ ਚੈਪਟਰ ਉਹਨਾਂ ਨੇ ਡਿਲੀਟ ਕਰ ਦਿੱਤੇ ਗਏ ਹਨ। ਹਾਲੇ ਤੱਕ ਸਾਡੇ ਕੋਲ ਵਾਰਤਕ ਰਿਸ਼ਮਾ ਦੇ 6 ਚੈਪਟਰ ਸਨ, ਜਿਨ੍ਹਾਂ ਵਿੱਚੋਂ 2 ਚੈਪਟਰ ਜੋ ਹਨ ਕੱਟ ਕਰ ਦਿੱਤੇ ਗਏ ਹਨ। ਪਹਿਲਾ ਹੈ ਕੜਮ ਚੌਧਰੀ ਤੇ ਦੂਜਾ ਝੱਜੇ ਕਦੇ ਨਾ ਝੂਰੇ ਮੂਰੇ। ਇਹ ਦੋਨੋਂ ਚੈਪਟਰ ਜੋ ਹਨ ਇਸ ਵਾਰ ਡਿਲੀਟ ਹੋ ਗਏ ਹਨ। ਵਾਰਤਕ ਰਿਸ਼ਮਾ ਦੇ ਵਿੱਚ ਹੁਣ ਸਾਨੂੰ 4 ਚੈਪਟਰ ਹੀ ਆਉਣੇ ਹਨ, ਕਿਰਤ ਤੇ ਮਿੱਠਾ ਬੋਲਣਾ, ਹੱਸਣਾ ਤੇ ਕੂਕਣਾ, ਨੈਸ਼ਨਲ ਸਟੇਡੀਅਮ ਦੀਆਂ ਯਾਦਾਂ ਤੇ ਮੁਆਫ ਕਰਨਾ। ਇਹ 4 ਚੈਪਟਰ ਅਸੀਂ ਕਰਾਂਗੇ। ਇਹਨਾਂ ਵਿੱਚੋਂ ਅਸੀਂ 1 ਕਰ ਚੁੱਕੇ ਹਾਂ ਤੇ 3 ਅਜੇ ਕਰਨੇ ਹਨ। ਇਸ ਤੋਂ ਬਾਅਦ ਹੈ ਕਾਵਰੰਗ ਪੁਸਤਕ। ਕਾਵਰੰਗ ਪੁਸਤਕ ਦੇ ਵਿੱਚ ਪਹਿਲਾਂ ਵੀ ਸਾਡੇ ਕੋਲ 6 ਕਵੀ ਹੀ ਸਨ ਔਰ ਹੁਣ ਵੀ ਸਾਡੇ ਕੋਲ 6 ਕਵੀ ਹੀ ਹਨ। ਇਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ ਗਈ। ਤੇ ਨਾਟਕ ਜੋ ਹੈ ਇਸ ਤੋਂ ਬਾਅਦ ਐਜ਼ ਇਟ ਇਜ਼ ਹੀ ਹੈ, ਨਾਟਕ ਤੇ ਅਸੀਂ ਕਰਨਾ ਹੀ ਹੈ। ਇਸ ਤੋਂ ਬਾਅਦ ਪ੍ਰੋਜੈਕਟ ਵਰਕ ਵਾਸਤੇ ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਕਿਸ ਤਰ੍ਹਾਂ ਤੁਸੀਂ ਜੋ ਹੈ ਆਪਣਾ 10 ਨੰਬਰ ਦਾ ਜੋ ਪ੍ਰੋਜੈਕਟ ਹੈ ਕਿਵੇਂ ਤਿਆਰ ਕਰਨਾ ਹੈ। ਇਸ ਨੂੰ ਤੁਸੀਂ ਧਿਆਨ ਦੇ ਨਾਲ ਪੜ੍ਹ ਲੈਣਾ ਹੈ ਕਿ ਜੋ ਪ੍ਰੋਜੈਕਟ ਬਣਾਉਣ ਲੱਗੇ ਤੁਹਾਨੂੰ ਕੀ ਸਾਵਧਾਨੀਆਂ ਵਰਤਣੀਆਂ ਹਨ, ਕਿਸ ਤਰ੍ਹਾਂ ਪ੍ਰੋਜੈਕਟ ਤਿਆਰ ਕਰਨਾ ਹੈ, ਕਿਉਂਕਿ 10 ਨੰਬਰ ਦੀ ਪ੍ਰੋਜੈਕਟ ਦੀ ਫਾਈਲ ਬਣੇਗੀ, ਜਿਹਦੇ ਵਿੱਚੋਂ ਜਾਣ ਪਛਾਣ, ਜਦੋਂ ਤੁਸੀਂ ਪ੍ਰੋਜੈਕਟ ਆਪਣਾ ਸ਼ੁਰੂ ਕਰੋਗੇ ਵਿਸ਼ੇ ਜੋ ਹਨ, ਟੌਪਿਕ ਜੋ ਹਨ, ਉਹ ਸਾਰੇ ਵੀ ਇਹਦੇ ਵਿੱਚ ਹੀ ਨਿਰਧਾਰਿਤ ਕੀਤੇ ਗਏ ਹਨ। ਤੇ ਤੁਸੀਂ ਆਪਣਾ ਇੱਕ ਅੱਛਾ ਜਿਹਾ ਸਿਲੈਕਟਡ ਵਿਸ਼ਾ ਜੋ ਹੈ ਚੁਣ ਕੇ, ਚੰਗਾ ਵਿਸ਼ਾ ਚੁਣ ਕੇ ਉਹਦੇ ਉੱਪਰ ਆਪਣੀ ਫਾਈਲ ਬਣਾਉਣੀ ਹੈ। ਫਾਈਲ ਬਣਾਉਣ ਲੱਗਿਆਂ ਤੁਸੀਂ ਕਿਹੜੇ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਇੰਟਰੋਡਕਸ਼ਨ ਜੋ ਹੈ, ਤੁਸੀਂ ਆਪਣੇ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪੇਜ ਪੂਰਾ ਇੰਟਰੋਡਕਸ਼ਨ ਦਾ, ਜਾਣ ਪਛਾਣ ਦਾ ਬਣਾਓਗੇ, ਜਿਹਦੇ ਵਿੱਚ ਤੁਸੀਂ ਸਾਰੇ ਆਪਣੇ ਪੂਰੇ ਟੌਪਿਕ ਦੀ ਡਿਟੇਲ ਦੱਸੋਗੇ ਕਿ ਇਹ ਜੋ ਟੌਪਿਕ ਹੈ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹ ਰਹੇ ਹੋ, ਕਿਸ ਦੇ ਰਿਲੇਟਡ ਹੋ, ਜਾਣ ਪਛਾਣ ਦੇ ਰਿਲੇਟਡ ਜੋ ਹੈ, ਜੋ ਵੀ ਜਾਣਕਾਰੀ ਵਿੱਚ ਦੇਣੀ ਚਾਹੀਦੀ ਹੈ ਉਹ ਸਾਰੀ ਜਾਣਕਾਰੀ ਤੁਸੀਂ ਉਹਦੇ ਵਿੱਚ ਪਹਿਲੇ ਪੇਜ ਵਿੱਚ ਦਿਓਗੇ। ਉਸ ਤੋਂ ਬਾਅਦ ਵਿਸ਼ੇ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿਓਗੇ। ਫਿਰ ਵਿਸ਼ੇ ਦੀ ਸਾਰਥਿਕਤਾ ਅਤੇ ਸੰਭਾਵਨਾਵਾਂ, ਪ੍ਰੋਜੈਕਟ ਦਾ ਆਲੋਚਨਾਤਮਕ ਪੱਖ, ਇਸ ਤਰ੍ਹਾਂ ਇਹ ਸਾਰੇ ਤੁਸੀਂ ਪੁਆਇੰਟ ਜੋ ਹਨ ਧਿਆਨ ਵਿੱਚ ਰੱਖਦੇ ਹੋਏ ਆਪਣਾ ਪ੍ਰੋਜੈਕਟ ਤਿਆਰ ਕਰੋਗੇ। ਪ੍ਰੋਜੈਕਟ ਦੇ ਲਈ ਵੀ ਉਹਨਾਂ ਨੇ ਆਪਣਾ ਜੋ ਹੈ ਅੰਕਾਂ ਦੀ ਕਿਸ ਤਰ੍ਹਾਂ ਵੰਡ ਕੀਤੀ ਗਈ ਆ ਉਹ ਪੂਰਾ ਡਿਟੇਲ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਸ ਤੁਸੀਂ ਪ੍ਰੋਜੈਕਟ ਫਾਈਲ 10 ਨੰਬਰ ਦੀ ਬਣਾਓਗੇ ਤੇ 10 ਨੰਬਰ ਤੁਹਾਨੂੰ ਕਿਹੜੇ ਬੇਸ ਤੇ ਦਿੱਤੇ ਜਾਣਗੇ। ਨੰਬਰ 1 ਤੇ ਆਉਂਦਾ ਸਹੀ ਵਿਸ਼ਾ ਚੋਣ ਤੇ ਪੇਸ਼ਕਾਰੀ। ਜੇਕਰ ਤੁਸੀਂ ਆਪਣਾ ਪ੍ਰੋਜੈਕਟ ਬਣਾਉਣ ਲੱਗੇ ਜੋ ਤੁਹਾਨੂੰ ਵਿਸ਼ੇ ਦਿੱਤੇ ਗਏ ਹਨ ਉਹਦੇ ਕੋਈ ਬਹੁਤ ਅੱਛਾ ਵਿਸ਼ਾ ਚੁਣੋਗੇ ਤੇ ਉਹਦੀ ਜੋ ਪ੍ਰੈਜੈਂਟੇਸ਼ਨ ਹੈ ਉਹ ਤੁਸੀਂ ਬਹੁਤ ਵਧੀਆ ਢੰਗ ਨਾਲ ਕਰੋਗੇ ਤੇ ਤੁਸੀਂ 2 ਨੰਬਰ ਦੇ ਹੱਕਦਾਰ ਹੋ। ਉਸ ਤੋਂ ਬਾਅਦ ਖੋਜ ਭਰਪੂਰ ਵਿਆਖਿਆ, ਮਤਲਬ ਕਿ ਕੁਝ ਬੱਚੇ ਕੀ ਕਰਦੇ ਹਨ ਕਿ ਹਾਂ ਠੀਕ, ਇੱਕ ਬੱਚੇ ਨੇ ਟੌਪਿਕ ਲਿਆ ਔਰ ਉਸੇ ਨੂੰ ਹੀ ਸਾਰੇ ਕਾਪੀ ਕਰਦੇ ਜਾਂਦੇ ਹਨ। ਇਹਦੇ ਵਿੱਚ ਤੁਹਾਡੀ ਆਪਣੀ ਕੋਈ ਮਿਹਨਤ ਨਹੀਂ, ਇਸ ਕਰਕੇ ਉਹ ਪਤਾ ਚੱਲ ਜਾਂਦਾ ਹੈ ਕਿ ਕਿਹੜੇ ਬੱਚੇ ਨੇ ਖੁਦ ਮਿਹਨਤ ਕੀਤੀ ਹੈ ਔਰ ਕਿਹੜੇ ਨੇ ਕਾਪੀ ਸਿਰਫ ਕੀਤਾ ਹੈ। ਤੇ ਉਹ ਜਿਹੜੀ ਤੁਸੀਂ ਵਿਆਖਿਆ ਕੀਤੀ ਹੈ, ਕਿੱਥੋਂ ਲੱਭ ਕੇ, ਕਿਸ ਤਰ੍ਹਾਂ ਤੁਸੀਂ ਕਿੱਥੋਂ ਮਟੀਰੀਅਲ ਇਕੱਠਾ ਕੀਤਾ ਉਸ ਆਪਣੇ ਟੌਪਿਕ ਨੂੰ ਕਵਰ ਕਰਨ ਵਾਸਤੇ, ਤੇ ਉਸ 'ਤੇ ਜਿੰਨੀ ਤੁਸੀਂ ਮਿਹਨਤ ਕੀਤੀ ਹੋਏਗੀ 5 ਨੰਬਰਾਂ ਦੇ ਵਿੱਚੋਂ ਤੁਹਾਨੂੰ ਉਹਦੇ ਵਿੱਚੋਂ ਨੰਬਰ ਦਿੱਤੇ ਜਾਣਗੇ। ਉਸ ਤੋਂ ਬਾਅਦ ਤੁਹਾਡੇ ਤੋਂ ਜੋ ਤੁਸੀਂ ਪ੍ਰੋਜੈਕਟ ਤਿਆਰ ਕੀਤਾ ਉਹਦਾ ਵਾਈਵਾ ਪੁੱਛਿਆ ਜਾਏਗਾ 3 ਨੰਬਰ ਦਾ, ਤੇ ਇਸ ਤਰ੍ਹਾਂ ਜੋ ਹੈ 10 ਨੰਬਰ ਇਹ ਪੂਰੇ ਹੋਣਗੇ। ਤੇ ਬਾਕੀ ਜੋ 5 ਨੰਬਰ ਦੇ ਲਿਸਨਿੰਗ ਤੇ ਸਪੀਕਿੰਗ ਸਕਿੱਲਸ ਦੇ ਹੋਣਗੇ ਤੇ 20 ਨੰਬਰ ਇਸ ਤਰ੍ਹਾਂ ਪ੍ਰੋਜੈਕਟ 'ਤੇ ਪੂਰੇ ਕੀਤੇ ਜਾਣਗੇ। ਇਹ ਜੋ ਹਨ ਕੁਝ ਪ੍ਰੋਜੈਕਟ ਦੇ ਵਿਸ਼ੇ ਦਿੱਤੇ ਗਏ ਹਨ, ਇਹ ਮੈਂ ਪਹਿਲਾਂ ਵੀ ਤੁਹਾਨੂੰ ਸਿਲੇਬਸ ਜਦੋਂ ਭੇਜਿਆ ਸੀ ਉਦੋਂ ਭੇਜ ਚੁੱਕੀ ਹਾਂ ਔਰ ਦੁਬਾਰਾ ਇੱਕ ਵਾਰੀ ਅਸੀਂ ਵੇਖ ਲੈਂਦੇ ਹਾਂ। ਸੱਭਿਆਚਾਰਕ ਗਤੀਵਿਧੀਆਂ ਪ੍ਰੋਜੈਕਟ ਹੈ, ਇਹ 'ਤੇ ਬਹੁਤ ਅੱਛਾ ਪ੍ਰੋਜੈਕਟ ਤੁਸੀਂ ਬਣਾ ਸਕਦੇ ਹੋ।
ਜਿਹਦੇ ਵਿੱਚੋਂ ਲੋਕ ਨਾਚ ਹੈ, ਲੋਕ ਗੀਤ ਹੈ, ਲੋਕ ਬੋਲੀਆਂ ਹਨ। ਇਹ ਤਿੰਨਾਂ ਚੀਜ਼ਾਂ ਨੂੰ ਤੁਸੀਂ ਇਸ ਪ੍ਰੋਜੈਕਟ ਦੇ ਵਿੱਚ ਕਵਰ ਕਰਨਾ ਹੈ ਕਿ ਜਿਹੜੀ ਵੀ ਤੁਸੀਂ ਸੱਭਿਆਚਾਰ ਲੈ ਰਹੇ ਹੋ, ਪੰਜਾਬ ਦਾ ਸੱਭਿਆਚਾਰ ਲੈ ਰਹੇ ਹੋ, ਅਤੇ ਪੰਜਾਬ ਦੇ ਲੋਕ ਨਾਚ ਆਉਣਗੇ, ਉਹਦੇ 'ਚ ਲੋਕ ਗੀਤ ਆਉਣਗੇ, ਉਹਦੇ 'ਚ ਲੋਕ ਬੋਲੀਆਂ ਆਉਣਗੀਆਂ, ਪੂਰੀ ਤਰ੍ਹਾਂ ਡਿਟੇਲ ਤੁਸੀਂ ਦੇਣੀ ਹੈ। ਇਹ ਬਹੁਤ ਅੱਛਾ ਤੁਹਾਡਾ ਜੋ ਹੈ ਟੌਪਿਕ ਤਿਆਰ ਹੋ ਸਕਦਾ ਹੈ। ਉਸ ਤੋਂ ਬਾਅਦ ਪੁਸਤਕ ਸਮੀਖਿਆ। ਪੁਸਤਕ ਸਮੀਖਿਆ ਹੁੰਦਾ ਹੈ ਕਿ ਪੁਸਤਕ ਬਾਰੇ ਆਪਣੇ ਜੋ ਹੈ ਰਿਵਿਊ ਕਰਨਾ। ਕੋਈ ਵੀ ਬੁੱਕ ਲੈ ਕੇ, ਕੋਈ ਵੀ ਪੁਸਤਕ ਲੈ ਕੇ ਉਹਦੇ ਬਾਰੇ ਤੁਸੀਂ ਆਪਣੀ ਪੂਰੀ ਡਿਟੇਲ ਦੇਣੀ ਹੈ ਕਿ ਇਹ ਜੋ ਪੁਸਤਕ ਹੈ, ਜੋ ਵੀ ਤੁਸੀਂ ਚੂਜ਼ ਕੀਤੀ ਹੈ, ਜੋ ਵੀ ਤੁਸੀਂ ਸਿਲੈਕਟ ਕੀਤੀ ਹੈ, ਇਹਦਾ ਵਿਸ਼ਾ ਵਸਤੂ ਕੀ ਹੈ, ਕਿਹਦੇ ਨਾਲ ਰਿਲੇਟਡ ਹੈ, ਕਿਉਂ ਲਿਖੀ ਗਈ ਹੈ, ਔਰ ਇਹ ਤੋਂ ਸਾਨੂੰ ਕੀ ਜੋ ਹੈ ਜਾਣਕਾਰੀ ਮਿਲਦੀ ਹੈ, ਇਹ ਸਾਰਾ ਤੁਸੀਂ ਉਸ ਪੁਸਤਕ ਬਾਰੇ ਲਿਖੋਗੇ। ਉਸ ਤੋਂ ਬਾਅਦ ਹੈ ਸਲੋਗਨ ਲੇਖਣ। ਸਲੋਗਨ ਲੇਖਣ ਮਤਲਬ ਕਿ ਤੁਸੀਂ ਕਿਸੇ ਵੀ ਟੌਪਿਕ ਨੂੰ ਲੈ ਕੇ ਉੱਤੇ ਸਲੋਗਨਸ ਲਿਖ ਸਕਦੇ ਹੋ ਵਧੀਆ ਵਧੀਆ, ਉਸ 'ਤੇ ਵੀ ਤੁਸੀਂ ਇੱਕ ਅੱਛਾ ਟੌਪਿਕ ਤਿਆਰ ਕਰ ਸਕਦੇ ਹੋ। ਪੇਂਡੂ ਅਤੇ ਸ਼ਹਿਰੀ ਜੀਵਨ, ਇਹ ਵੀ ਇੱਕ ਬਹੁਤ ਹੀ ਅੱਛਾ ਟੌਪਿਕ ਹੈ। ਪੇਂਡੂ ਅਤੇ ਸ਼ਹਿਰੀ ਜੀਵਨ ਨੂੰ ਤੁਸੀਂ ਪਿਕਚਰਾਂ ਰਾਹੀਂ ਵੀ ਦਰਸਾ ਸਕਦੇ ਹੋ, ਔਰ ਉਹਦੇ ਨਾਲ ਆਪਣੇ ਵਿਊਜ਼ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਦੇ ਸਕਦੇ ਹੋ ਕਿ ਕੀ ਹਾਨੀਆਂ ਹਨ ਸ਼ਹਿਰਾਂ ਵਿੱਚ ਰਹਿਣ ਦੀਆਂ ਅਤੇ ਕੀ ਹਨ ਬੈਨੀਫਿਟ ਇਹਦੇ। ਇਸ ਤਰ੍ਹਾਂ ਦੋਨਾਂ ਨੂੰ ਕੰਪੈਰੀਜ਼ਨ ਤੁਸੀਂ ਕਰ ਸਕਦੇ ਹੋ, ਦਿਖਾ ਸਕਦੇ ਹੋ। ਬਹੁਤ ਵਧੀਆ ਤਰੀਕੇ ਦੇ ਨਾਲ ਇਹ ਟੌਪਿਕ ਵੀ ਤਿਆਰ ਹੋ ਸਕਦਾ ਹੈ। ਉਸ ਤੋਂ ਬਾਅਦ ਹੈ ਸਮਾਜਿਕ ਕੁਰੀਤੀਆਂ। ਦਾਜ, ਭਰੂਣ ਹੱਤਿਆ ਅਤੇ ਨਸ਼ੇ, ਇਹਨਾਂ ਤਿੰਨਾਂ ਕੁਰੀਤੀਆਂ ਨੂੰ ਤੁਸੀਂ ਬਹੁਤ ਹੀ ਵਿਸਤਾਰ ਦੇ ਨਾਲ ਆਪਣੇ ਟੌਪਿਕ ਦੇ ਵਿੱਚ ਪੇਸ਼ ਕਰਨਾ ਹੈ, ਕਿਉਂਕਿ ਇਹ ਸਮਾਜ ਦੇ ਵਿੱਚ ਜੋ ਕੁਰੀਤੀਆਂ ਚੱਲੀਆਂ ਹੋਈਆਂ ਹਨ, ਇਹ ਸਾਡੇ ਸਮਾਜ ਨੂੰ ਘੁਣ ਦੇ ਵਾਂਗ ਖਾ ਰਹੀਆਂ ਹਨ, ਅਤੇ ਬਹੁਤ ਡਿਟੇਲ ਦੇ ਨਾਲ ਇਹਦੇ ਨੂੰ ਤੁਸੀਂ ਤਿਆਰ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਮਾਂ ਬੋਲੀ। ਮਾਂ ਬੋਲੀ ਦੀ ਮਹੱਤਤਾ, ਪ੍ਰਚਾਰ ਅਤੇ ਪ੍ਰਸਾਰ। ਅਗਲਾ ਹੈ ਪੰਜਾਬੀ ਪਹਿਰਾਵਾ। ਪੰਜਾਬੀ ਪਹਿਰਾਵਾ 'ਤੇ ਤੁਸੀਂ ਟੌਪਿਕ ਬਹੁਤ ਵਧੀਆ ਤਿਆਰ ਕਰ ਸਕਦੇ ਹੋ। ਇਸਤਰੀਆਂ ਦੇ ਪਹਿਰਾਵੇ, ਪੁਰਸ਼ਾਂ ਦੇ ਪਹਿਰਾਵੇ, ਅਤੇ ਉਸਦੇ ਉੱਪਰ ਪੂਰੀ ਡਿਟੇਲ ਦੇ ਨਾਲ ਵਿਆਖਿਆ ਕਰ ਸਕਦੇ ਹੋ। ਪੰਜਾਬੀ ਰਹਿਣ ਸਹਿਣ, ਪੰਜਾਬੀ ਹਾਰ ਸ਼ਿੰਗਾਰ, ਵਿਰਾਸਤੀ ਖੇਡਾਂ, ਸਾਰੇ ਹੀ ਟੌਪਿਕ ਜੋ ਦਿੱਤੇ ਹਨ 10 ਦੇ 10 ਬਹੁਤ ਹੀ ਵਧੀਆ ਹਨ, ਬਹੁਤ ਹੀ ਮਹੱਤਵਪੂਰਨ ਹਨ। ਇਹਨਾਂ ਨੂੰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਇੱਕ ਟੌਪਿਕ ਲੈ ਕੇ ਆਪਣਾ ਪ੍ਰੋਜੈਕਟ ਤਿਆਰ ਕਰ ਸਕਦੇ ਹੋ। ਔਰ ਹਜੇ ਤੁਸੀਂ ਅਗਰ ਤੁਹਾਡੇ ਕੋਲ ਫਾਈਲ ਨਹੀਂ ਹਨ, ਕੋਈ ਗੱਲ ਨਹੀਂ, ਤੁਸੀਂ ਅਜੇ ਇਹਨਾਂ ਦੇ ਵਿੱਚੋਂ ਆਪਣਾ ਕੋਈ ਵੀ ਟੌਪਿਕ ਸਿਲੈਕਟ ਕਰ ਲਓ ਔਰ ਉਹਦੇ ਉੱਤੇ ਖੋਜ ਕਰਨੀ ਸ਼ੁਰੂ ਕਰ ਦਿਓ, ਔਰ ਖੋਜ ਕਰੋ ਔਰ ਆਪਣਾ ਜੋ ਵੀ ਮਟੀਰੀਅਲ ਤੁਹਾਡੇ ਕੋਲ ਕਲੈਕਟ ਹੋ ਰਿਹਾ ਹੈ ਉਸ ਨੂੰ ਇੱਕ ਰਜਿਸਟਰ ਦੇ ਵਿੱਚ ਨੋਟ ਕਰਦੇ ਜਾਓ, ਤਾਂ ਕਿ ਜਦੋਂ ਤੁਹਾਡੇ ਕੋਲ ਫਾਈਲ ਵਗੈਰਾ ਅਵੇਲੇਬਲ ਹੋਣ ਤਾਂ ਤੁਸੀਂ ਉਹਨਾਂ ਨੂੰ ਤਿਆਰ ਕਰ ਸਕੋ। ਇਹ ਤਾਂ ਸੀ ਸਾਡੇ ਸਿਲੇਬਸ ਬਾਰੇ ਜਾਣਕਾਰੀ, ਅਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਸ ਸਾਰੀ ਹੁਣ ਨਵੇਂ ਸਿਲੇਬਸ ਬਾਰੇ ਕੋਈ ਡਾਊਟ ਨਹੀਂ ਰਿਹਾ ਹੋਏਗਾ। ਜੋ ਵੀ ਚੈਪਟਰ ਡਿਲੀਟ ਹੋਏ ਹਨ ਉਹਨਾਂ ਬਾਰੇ ਵੀ ਪਤਾ ਚੱਲ ਗਿਆ ਹੋਏਗਾ। ਬਾਕੀ ਤੁਸੀਂ ਇਸ ਨੂੰ ਹੋਰ ਚੰਗੀ ਤਰ੍ਹਾਂ ਰੀਡ ਕਰ ਸਕਦੇ ਹੋ। ਅੱਜ ਦੇ ਲਈ ਸਿਰਫ ਇੰਨਾ ਹੀ, ਅਤੇ ਜੋ ਵੀ ਬੱਚਿਆਂ ਦਾ ਪਿਛਲਾ ਪੈਂਡਿੰਗ ਵਰਕ ਅੱਜ ਤੱਕ ਭੇਜਿਆ ਗਿਆ ਹੈ ਉਹ ਕੰਪਲੀਟ ਨਹੀਂ ਹੈ ਤਾਂ ਕਿਰਪਾ ਕਰਕੇ ਉਸ ਨੂੰ ਕੰਪਲੀਟ ਕਰ ਲਓ, ਕਿਉਂਕਿ ਇਹ ਸਿਲੇਬਸ ਜੋ ਭੇਜਿਆ ਗਿਆ ਹੈ ਤੁਹਾਡੇ ਬਹੁਤ ਕੰਮ ਆਏਗਾ। ਇਹ ਨਹੀਂ ਹੈ ਕਿ ਤੁਸੀਂ ਮੈਨੂੰ ਲਿਖ ਕੇ ਵਾਪਸ ਨਹੀਂ ਭੇਜਿਆ ਅਤੇ ਕੋਈ ਗੱਲ ਨਹੀਂ, ਇਸ ਨੂੰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇੱਕ ਵਾਰ ਜੋ ਕੰਮ ਭੇਜ ਦਿੱਤਾ ਗਿਆ ਹੈ ਉਹ ਦੁਬਾਰਾ ਰਿਪੀਟ ਨਹੀਂ ਕਰਵਾਇਆ ਜਾਏਗਾ, ਦੁਬਾਰਾ ਨਹੀਂ ਕਰਵਾਇਆ ਜਾਏਗਾ। ਇਸ ਕਰਕੇ ਜਿੰਨਾ ਵੀ ਕੰਮ ਤੁਹਾਡਾ ਪੈਂਡਿੰਗ ਹੈ ਅੱਜ ਤੱਕ ਉਹ ਸਾਰਾ ਕੰਪਲੀਟ ਕਰ ਲਓ। ਕੱਲ੍ਹ ਤੋਂ ਨਵਾਂ ਕੰਮ ਮੈਂ ਸਟਾਰਟ ਕਰਵਾਵਾਂਗੀ। ਧੰਨਵਾਦ।